बिस्मिल्लाहिर्रहमानिर्रहीम या वदूद सल्लि अला सय्यिदिना मुहम्मदिन व आलिहि व सहाबिहि इन्नका रहीमुन वदूद। अस्सलामु अलैकुम व रहमतुल्लाहि व बरकातुहू। मैं तुहाडे सामने किस्सा सोनी ते महीवाल पेश कर रहा। अज इहदा चौथा हिस्सा है जिहड़ा मैं तुहाडे सामने पेश कर रहा, पार्ट 4। 18वीं सदी विच गुजरात दे अब्दुल्ला कमियार दे घर एक धी जमदी है। वो धी बड़ी खूबसूरत, बड़ी सोहनी हुंदी है तो ओहदी खूबसूरती ते ओहदे हुसन की बदौलत ओहदा नाम भी सोहनी रखिया जाता है। वो जवानी दे विच हुसन जमाल दा पैकर बन जाती है। सोहनी जिहड़ी है वो अपने वालिद अब्दुल्ला कमियार दे नाल ओहदा हथ वटांदी है ते ਉਹ ਨਾਲ ਭਾਂਡੇ ਜ਼ਰੂਫ ਤਿਆਰ ਕਰਦੀ ਏ, ਉਹਦੀ ਵਿਕਰੀ ਕਰਦੀ ਏ ਤੇ ਉਹਦੇ ਨਾਲ ਹੀ ਉਹਨਾਂ ਦੇ ਟੱਬਰ ਦਾ ਜਿਹੜਾ ਉਹ ਰੋਜ਼ਗਾਰ ਤੇ ਉਹਨਾਂ ਦਾ ਖਾਣ ਪੀਣ ਦਾ ਜਿਹੜਾ ਉਹ ਸਿਲਸਿਲਾ ਚੱਲਦਾ ਹੈ। ਸੋਹਣੀ ਦੇ ਪਿਓ ਦੀ ਹੱਟੀ ਜਿਹੜੀ ਏ ਉਹ ਰਾਮ ਪਿਆਰੀ ਮਹਿਲ ਦੇ ਕੋਲ ਦਰਿਆ ਦੇ ਕੰਢੇ ਵਾਕਿਆ ਸੀ। ਸੋਹਣੀ ਇਸ ਕਦਰ ਹਸੀਨ ਸੀ ਕਿ ਉਹਦੇ ਹੁਸਨ ਦਾ ਚਰਚਾ ਜਿਹੜਾ ਉਹ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਮਹੀਵਾਲ ਦਾ ਬਾਪ ਜਿਹੜਾ ਮਿਰਜ਼ਾ ਉਹ ਕਾਫੀ ਦੇਰ ਬੇ ਔਲਾਦ ਰਿਹਾ। ਉਹਦੇ ਘਰ ਔਲਾਦ ਨਹੀਂ ਸੀ ਹੈ। ਉਹਨੂੰ ਕਿਸੇ ਨੇ, ਉਹਦੇ ਦੋਸਤ ਨੇ ਉਹਨੂੰ ਕਿਹਾ ਕਿ ਇੱਥੇ ਕੋਲ ਇੱਕ ਅੱਲਾ ਦਾ ਬੰਦਾ, ਇੱਕ ਫਕੀਰ ਆਇਆ ਤੇ ਉਹ ਅਗਰ ਤੇਰੇ ਲਈ ਅੱਲਾ ਦੇ ਹਜ਼ੂਰ ਦੁਆ ਕਰੇਗਾ ਤੇ ਅੱਲਾ ਤੈਨੂੰ ਔਲਾਦ ਦੇ ਦੇਗਾ। ਜਿਹੜਾ ਮਿਰਜ਼ਾ ਬੁਹਾਰਿਦ ਹੈ ਉਹ ਉਸ ਯਾਰ ਦੀ ਗੱਲ ਮੰਨ ਲੈਂਦਾ ਤੇ ਉਹਦੇ ਕੋਲ ਜਾਂਦਾ ਤੇ ਉਹਦੇ ਅੱਗੇ ਬਿਨਤੀ ਤੇ ਤਰਲਾ ਕਰਦਾ ਕਿ ਮੇਰੇ ਵਾਸਤੇ ਦੁਆ ਕਰੋ ਕਿ ਅੱਲਾਹ ਤਾਲਾ ਮੈਨੂੰ ਔਲਾਦ ਦੇ। ਅੱਲਾਹ ਤਾਲਾ ਉਸ ਫਕੀਰ ਦੀ, ਉਸ ਅੱਲਾਹ ਦੇ ਬੰਦੇ ਦੀ ਦੁਆ ਕਬੂਲ ਕਰ ਲੈਂਦਾ ਤੇ ਅੱਲਾਹ ਤਾਲਾ ਉਹਨੂੰ ਬੜਾ ਖੂਬਸੂਰਤ ਜਿਹੜਾ ਉਹ ਪੁੱਤਰ ਦਿੰਦਾ ਜਿਹਦਾ ਨਾਂ ਇੱਜ਼ਤ ਬੇਗ ਰੱਖਿਆ ਜਾਂਦਾ। ਇੱਜ਼ਤ ਬੇਗ ਦਾ ਬਾਪ ਬੁਹਾਰੇ ਦਾ ਬੜਾ ਵੱਡਾ ਤਾਜਰ ਤੇ ਬੜਾ ਮਾਲਦਾਰ ਬੰਦਾ ਸੀ। ਇੱਜ਼ਤ ਬੇਗ ਜਦੋਂ ਜਵਾਨ ਹੁੰਦਾ ਤੇ ਉਹ ਆਪਣੇ ਕਾਰੋਬਾਰ ਕਰਦਾ ਔਰ ਆਪਣੇ ਇੱਕ ਦਿਨ ਆਪਣੇ ਦੋਸਤਾਂ ਨਾਲ, ਆਪਣੇ ਯਾਰਾਂ ਨਾਲ ਸਲਾਹ ਕਰਦਾ ਕਿ ਮੈਂ ਦਿੱਲੀ ਜਾਵਾਂ ਤੇ ਦਿੱਲੀ ਦੀ ਸੈਰ ਕਰਾਂ ਤੇ ਦਿੱਲੀ ਜਾ ਕੇ ਮੈਂ ਉੱਥੇ ਕਾਰੋਬਾਰ ਕਰਾਂ, ਮੈਂ ਉੱਥੇ ਕੁਝ ਵੇਚਾਂ ਤੇ ਕੁਝ ਖਰੀਦਾਂ। ਲੇਕਿਨ ਉਹ ਆਪਣੇ ਬਾਪ ਨਾਲ ਗੱਲ ਕਰਦਿਆਂ ਜਿਹੜਾ ਜ਼ਰਾ ਝੱਕਦਾ, ਡਰਦਾ। ਹਾਂ, ਅਖੀਰ ਇੱਕ ਦਿਨ ਉਹ ਆਪਣੇ ਬਾਪ ਨਾਲ ਗੱਲ ਕਰਦਾ ਕਿ ਮੈਂ ਇਸ ਤਰ੍ਹਾਂ ਕਾਰੋਬਾਰ ਵਾਸਤੇ ਦਿੱਲੀ ਜਾਣਾ ਚਾਹੁੰਦਾ। ਠੀਕ, ਬਾਪ ਉਹਦੇ ਨਾਲ ਪਹਿਲੇ ਹੀ ਵਾਅਦਾ ਕਰ ਲੈਂਦਾ ਕਿ ਜੋ ਤੂੰ ਕਹੇਗਾ ਮੈਂ ਤੇਰੀ ਮੰਗ ਜਿਹੜੀ ਹੈ ਉਹ ਪੂਰੀ ਕਰਾਂਗਾ। ਲੇਕਿਨ ਉਹਦੇ ਦਿਲ ਨੂੰ ਬੜੀ ਤਕਲੀਫ ਹੁੰਦੀ ਹੈ ਕਿਉਂਕਿ ਉਹਦੇ ਨਾਲ ਬੜੀ ਮੁਹੱਬਤ ਕਰਦਾ। ਉਹ ਸਾਰਾ ਦਿਨ ਉਹਨੂੰ ਦੇਖਣ ਤੋਂ ਬਗੈਰ ਉਹਦੇ ਕੋਲ ਰਿਹਾ ਨਹੀਂ ਜਾਂਦਾ। ਖੈਰ, ਉਹਨਾਂ ਦੇ ਮਾਂ ਪਿਓ ਨੇ ਇੱਜ਼ਤ ਬੇਗ ਦੀ ਖੁਸ਼ੀ ਵਾਸਤੇ ਉਹਨੂੰ ਇਜਾਜ਼ਤ ਦੇ ਦਿੰਦੇ ਨੇ ਤੇ ਉੱਥੋਂ ਕੁਝ ਮੇਵੇ ਜਾਤ, ਕੁਝ ਇੱਥੋਂ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਲੈ ਕੇ ਤੇ ਉਹ ਦਿੱਲੀ ਲਈ ਰਵਾਨਾ ਹੋ ਜਾਂਦਾ। ਉਹਦੇ ਮਾਂ ਬਾਪ ਇੱਜ਼ਤ ਬੇਗ ਦੇ ਉਹਨੂੰ ਉੱਥੋਂ ਵਿਦਿਆ ਕਰਦੇ ਨੇ। ਉਹ ਪਹਿਲੇ ਲਾਹੌਰ ਆਉਂਦਾ, ਦਿੱਲੀ ਵੀ ਜਾਂਦਾ ਔਰ ਦਿੱਲੀ ਤੋਂ ਬਾਅਦ ਉਹ ਲਾਹੌਰ ਆਉਂਦਾ ਔਰ ਲਾਹੌਰ ਤੋਂ ਬਾਅਦ ਜਿਹੜਾ ਇੱਜ਼ਤ ਬੇਗ ਹੈ ਉਹ ਗੁਜਰਾਤ ਜਾਂਦਾ। ਇੱਕ ਰੋਜ਼ ਗੁਜਰਾਤ ਦੇ ਵਿੱਚ ਇੱਕ ਰੋਜ਼ ਉਹਦਾ ਯਾਰ ਜਿਹੜਾ ਉਹ ਕੋ ਭਾਂਡੇ ਖਰੀਦਣ ਵਾਸਤੇ ਸੋਹਣੀ ਦੇ ਘਰ ਜਾਂਦਾ ਤੇ ਉਹ ਸੋਹਣੀ ਨੂੰ ਦੇਖਦਾ ਤੇ ਉਹ ਆ ਕੇ ਆਪਣੇ ਦੋਸਤ ਇੱਜ਼ਤ ਬੇਗ ਨੂੰ ਆ ਕੇ ਦੱਸਦਾ ਕਿ ਇਸ ਤਰ੍ਹਾਂ ਮੈਂ ਸੋਹਣੀ ਨੂੰ ਦੇਖਿਆ, ਉਹ ਬੜੀ ਖੂਬਸੂਰਤ ਹੈ ਤੇ ਬੜੀ ਉਹ ਸੋਹਣੀ ਹੈ। ਉਹਦੇ ਅੰਦਰ ਵੀ ਦੇਖਣ ਦੀ ਤਮੰਨਾ ਪੈਦਾ ਹੁੰਦੀ ਹੈ। ਤੇ ਇੱਕ ਰੋਜ਼ ਜਿਹੜਾ ਉਹ ਇੱਜ਼ਤ ਬੇਗ ਜਿਹੜਾ ਉਹ ਭਾਂਡੇ ਖਰੀਦਣ ਵਾਸਤੇ ਅਬਦੁੱਲਾ ਕਮਿਆਰ ਦੇ ਘਰ ਜਾਂਦਾ
ਤੇ ਉੱਥੇ ਜਦੋਂ ਉਹਦੀ ਨਜ਼ਰ ਸੋਹਣੀ ਤੇ ਪੈਂਦੀ ਏ ਤੇ ਸੋਹਣੀ ਦੀ ਨਜ਼ਰ ਇੱਜ਼ਤ ਬੇਗ ਤੇ ਪੈਂਦੀ ਏ ਤਾਂ ਦੋਏ ਇੱਕ ਦੂਜੇ 'ਚ ਖੋ ਜਾਂਦੇ ਨੇ ਤੇ ਉਹਨਾਂ ਦੋਵਾਂ ਤੇ ਸਖਤਾ ਤਾਰੀ ਹੋ ਜਾਂਦਾ ਔਰ ਦੋਵਾਂ ਨੂੰ ਇੱਕ ਦੂਸਰੇ ਨਾਲ ਮੁਹੱਬਤ ਹੋ ਜਾਂਦੀ ਹੈ। ਇਹਦੇ ਬਾਅਦ ਇੱਜ਼ਤ ਬੇਗ ਰੋਜ਼ ਅਬਦੁੱਲਾ ਕਮਿਆਰ ਦੇ ਘਰ ਜਾਂਦਾ ਤੇ ਉੱਥੋਂ ਭਾਂਡੇ ਖਰੀਦਦਾ ਤੇ ਮਜ਼ੀਦ ਜਿਹੜਾ ਉਹ ਭਾਂਡਿਆਂ ਦੀ ਮੰਗ ਕਰਦਾ ਤੇ ਇਹ ਸਿਲਸਿਲਾ ਜਿਹੜਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ। ਉਹ ਰੋਜ਼ ਉੱਥੇ ਜਾਂਦਾ, ਉੱਥੋਂ ਭਾਂਡੇ ਖਰੀਦਦਾ, ਭਾਂਡੇ ਖਰੀਦ ਕੇ ਤੇ ਅੱਗੋਂ ਮਜ਼ੀਦ ਭਾਂਡਿਆਂ ਦੀ ਮੰਗ ਕਰਦਾ ਤੇ ਇਹ ਸਿਲਸਿਲਾ ਚੱਲਦਾ ਰਹਿੰਦਾ। ਇਹਦੀ ਵਜ੍ਹਾ ਦੇ ਨਾਲ ਜਿਹੜਾ ਇੱਜ਼ਤ ਬੇਗ ਦਾ ਆਪਣਾ ਕਾਰੋਬਾਰ ਹੁੰਦਾ ਉਹ ਬਹੁਤ ਮੁਤਾਸਰ ਹੁੰਦਾ। ਮੁਤਾਸਰ ਕੀ ਹੁੰਦਾ ਕਿ ਬਿਲਕੁਲ ਖਤਮ ਹੋ ਜਾਂਦਾ। ਇੱਜ਼ਤ ਬੇਗ ਜਿਹੜਾ ਉਹ ਬਿਲਕੁਲ ਕਲਾਸ਼ ਹੋ ਜਾਂਦਾ, ਉਹਦੇ ਕੋਲ ਬਿਲਕੁਲ ਭੁੱਖਾ ਹੋ ਜਾਂਦਾ, ਉਹਦੇ ਕੋਲ ਕੋਈ ਪੈਸਾ ਨਹੀਂ ਰਹਿੰਦਾ। ਉਹ ਬੁਹਾਰਾ ਵਾਪਸ ਜਾਣਾ ਤੇ ਬੜੀ ਦੂਰ ਦੀ ਗੱਲ ਹੈ, ਉਹ ਬੁਹਾਰਾ ਜਾਣ ਦਾ ਤਸੱਵਰ ਵੀ ਨਹੀਂ ਕਰ ਸਕਦਾ। ਉਹਦੀ ਹਾਲਤ ਇੰਨੀ ਕੁ ਪਤਲੀ ਹੋ ਜਾਂਦੀ ਹੈ ਕਿ ਉਹ ਇੱਕ ਦਿਨ ਅਬਦੁੱਲਾ ਕਮਿਆਰ ਦੇ ਘਰ ਚਲਾ ਜਾਂਦਾ ਤੇ ਉਹਦੇ ਘਰ ਜਾ ਕੇ ਉਹਦੇ ਅੱਗੇ ਬੇਨਤੀ ਕਰਦਾ ਕਿ ਮੈਨੂੰ ਤੁਸੀਂ ਆਪਣਾ ਕਾਮਾ ਰੱਖ ਲਓ। ਬੜੇ ਤਰਲੇ ਕਰਦਾ, ਉਹਨੂੰ ਇੱਕ ਬਹਾਨਾ ਲਾਂਦਾ ਕਿ ਮੇਰੀ ਚੋਰੀ ਹੋ ਗਈ ਹੈ, ਮੇਰਾ ਸਾਰਾ ਮਾਲ ਸਬਾਬ ਸਾਰਾ ਕੁਝ ਕੋਈ ਚੋਰੀ ਕਰਕੇ ਲੈ ਗਿਆ ਤੇ ਇਸ ਨਾਲ ਮੇਰੀ ਹਾਲਤ ਬਹੁਤ ਖਰਾਬ ਹੈ ਤੇ ਤੁਸੀਂ ਮੈਨੂੰ ਆਪਣਾ ਕਾਮਾ ਰੱਖ ਲਓ। ਮੈਨੂੰ ਤੁਸੀਂ ਜਿਹੜਾ ਕੰਮ ਕਰੋਗੇ ਮੈਂ ਤੁਹਾਡਾ ਪੂਰੇ ਅੱਛੇ ਤਰੀਕੇ ਨਾਲ ਮੈਂ ਤੁਹਾਡੀ ਡਿਊਟੀ ਨੌਕਰੀ ਕਰਾਂਗਾ। ਅਬਦੁੱਲਾ ਕਮਿਆਰ ਉਹ ਜਿਹੜਾ ਉਹਨੂੰ ਵੀ ਅੰਦਰ ਬਾਹਰ ਦੇ ਕੰਮਾਂ ਲਈ ਕਾਮੇ ਦੀ ਲੋੜ ਸੀ ਤੇ ਉਹ ਇੱਜ਼ਤ ਬੇਗ ਦਾ ਤਰਲਾ ਜਿਹੜਾ ਉਹ ਮੰਨ ਲੈਂਦਾ ਤੇ ਉਹਨੂੰ ਜਿਹੜਾ ਉਹ ਕਾਮਾ ਰੱਖ ਲੈਂਦਾ। ਅਬਦੁੱਲਾ ਕਮਿਆਰ ਜਿਹੜਾ ਉਹ ਇੱਜ਼ਤ ਬੇਗ ਦੀ ਡਿਊਟੀ ਜਿਹੜੀ ਹੈ ਉਹ ਮੱਝੀਆਂ ਚਾਰਨ ਤੇ ਡੰਗਰ ਚਾਰਨ ਤੇ ਲਾ ਦਿੰਦਾ ਤੇ ਇੱਜ਼ਤ ਬੇਗ ਜਿਹੜਾ ਉੱਥੇ ਸੋਹਣੀ ਦੇ ਘਰ ਦੇ ਕਰੀਬ ਹੀ ਮਕਾਨ ਲੈ ਲੈਂਦਾ ਤੇ ਉੱਥੇ ਉਹ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਹ ਰੋਜ਼ ਮੱਝੀਆਂ ਨੂੰ ਬੜੇ ਅੱਛੇ ਤਰੀਕੇ ਨਾਲ ਚਰਾਉਣ ਲੈ ਜਾਂਦਾ ਤੇ ਵਾਪਸ ਲੈ ਆਉਂਦਾ ਤੇ ਇਸ ਤਰ੍ਹਾਂ ਉਹਨਾਂ ਦੀ ਰੋਜ਼ ਜਿਹੜਾ ਉਹ ਸੋਹਣੀ ਦਾ ਦਰਸ਼ਨ ਦੀਦਾਰ ਹੁੰਦਾ ਔਰ ਇਹ ਸਿਲਸਿਲਾ ਜਿਹੜਾ ਕਾਫੀ ਦੇਰ ਤੱਕ ਚੱਲਦਾ ਰਹਿੰਦਾ। ਇਹ ਗੱਲ ਵੀ ਆਖਰ ਕਿੰਨੀ ਦੇਰ ਤੱਕ ਛੁਪਣੀ ਸੀ। ਉਸ ਇਲਾਕੇ ਦੇ ਵਿੱਚ ਜਿਹੜਾ ਬੰਦਾ ਡੰਗਰ ਸਾਂਭਦਾ ਸੀ, ਮੱਝੀਆਂ ਚਰਾਉਂਦਾ ਸੀ, ਉਹਨੂੰ ਲੋਕ ਮਹੀਵਾਲ ਕਹਿੰਦੇ ਹਨ। ਲੋਕ ਇਸ ਗੱਲ ਨੂੰ ਭੁੱਲ ਗਏ ਕਿ ਇਹ ਇੱਜ਼ਤ ਬੇਗ ਹੈ, ਇਹ ਬੁਹਾਰੇ ਦਾ ਇੱਕ ਤਾਜਰ ਹੈ, ਬਲਕਿ ਉਹ ਮਹੀਵਾਲ ਦੇ ਨਾਂ ਤੋਂ ਮਸ਼ਹੂਰ ਹੋ ਗਿਆ ਔਰ ਉਹਦੀ ਸੋਹਣੀ ਤੇ ਮਹੀਵਾਲ ਦੀ ਜਿਹੜੀ ਮੁਹੱਬਤ ਹੈ ਉਹ ਵੀ ਉਹਦਾ ਜਿਹੜੀ ਮਸ਼ਹੂਰੀ ਹੈ ਉਹ ਵੀ ਦੂਰ ਤੱਕ ਇਹ ਗੱਲ ਫੈਲ ਗਈ। ਜਦੋਂ ਦੂਰ ਤੱਕ ਇਹ ਗੱਲ ਫੈਲ ਗਈ ਤੇ ਇਹ ਅਬਦੁੱਲਾ ਕਮਿਆਰ ਸੋਹਣੀ ਦਾ ਬਾਪ ਤੇ ਸੋਹਣੀ ਦੀ ਮਾਂ ਕੋਲ ਇਹ ਕਿਸ ਤਰ੍ਹਾਂ ਛੁਪੀ ਰਹਿ ਸਕਦੀ ਸੀ। ਇਹ ਜਿਹੜੀ ਮਹੀਵਾਲ ਤੇ ਸੋਹਣੀ ਦੀ ਮੁਹੱਬਤ ਸੀ ਇਹ ਉਹਦੇ ਮਾਂ ਨੂੰ ਵੀ ਪਤਾ ਲੱਗ ਗਿਆ ਤੇ ਉਹਦੇ ਬਾਪ ਨੂੰ ਵੀ ਪਤਾ ਲੱਗ ਗਿਆ। ਉਹਦੀ ਮਾਂ ਤੇ ਬਾਪ ਨੇ ਸ਼ਰਮਿੰਦਗੀ ਤੇ ਬਦਨਾਮੀ ਤੋਂ ਬਚਣ ਵਾਸਤੇ ਉਹਨਾਂ ਨੇ ਸੋਹਣੀ ਦਾ ਵਿਆਹ ਆਪਣੀ ਇੱਕ ਕਮਿਆਰ ਖਾਨਦਾਨ ਵਿੱਚ ਕਰ ਦਿੱਤਾ ਔਰ ਥੋੜ੍ਹੇ ਦਿਨਾਂ ਦੇ ਅੰਦਰ ਹੀ ਸੋਹਣੀ ਨੂੰ ਵਿਦਿਆ ਕਰ ਦਿੱਤਾ। ਸੋਹਣੀ ਦੀ ਸ਼ਾਦੀ ਦਰਿਆ ਦੇ ਦੂਸਰੇ ਕਿਨਾਰੇ ਹੋ ਗਈ। ਸੋਹਣੀ ਮਹੀਵਾਲ ਇੱਕ ਦੂਸਰੇ ਨਾਲ ਬੜੀ ਮੁਹੱਬਤ ਕਰਦੇ ਸਨ ਤੇ ਉਹ ਇੱਕ ਦੂਸਰੇ ਨੂੰ ਵੇਖਣ ਤੋਂ ਬਗੈਰ ਨਹੀਂ ਸਨ ਰਹਿ ਸਕਦੇ। ਸੋਹਣੀ ਕਿਉਂਕਿ ਦਰਿਆ ਦੇ ਵਿਆਹ ਕੇ ਦਰਿਆ ਦੇ ਦੂਸਰੇ ਕਿਨਾਰੇ ਚਲੀ ਗਈ ਤੇ ਮੀਆਂ ਮਹੀਵਾਲ ਜਿਹੜਾ ਉਹ ਇਸ ਕਿਨਾਰੇ ਤੇ ਰਹਿ ਗਿਆ। ਸੋਹਣੀ ਨੇ ਮਹੀਵਾਲ ਨੂੰ ਮਿਲਣ ਵਾਸਤੇ ਇੱਕ ਤਰੀਕਾ ਇਜਾਦ ਕੀਤਾ।
ਉਹਨੇ ਤਰੀਕਾ ਇਹ ਇਜਾਦ ਕੀਤਾ, ਕਿਉਂਕਿ ਬਰਤਨ ਬਣਾਉਣ ਦੀ, ਭਾਂਡੇ ਬਣਾਉਣ ਦੀ ਮਾਹਰ ਸੀ। ਉਹਨੇ ਮਹੀਵਾਲ ਨੂੰ ਮਿਲਣ ਵਾਸਤੇ, ਕਿਉਂਕਿ ਉਹ ਵਿੱਚ ਦਰਿਆ ਪੈਂਦਾ ਸੀ ਤੇ ਸੋਹਣੀ ਨੂੰ ਤਾਰੀ ਤਰਨਾ ਵੀ ਨਹੀਂ ਸੀ ਆਉਂਦਾ, ਉਹਨੇ ਇੱਕ ਘੜਾ ਤਿਆਰ ਕੀਤਾ ਤੇ ਉਹ ਘੜਾ ਜਿਹੜਾ ਉੱਥੇ ਉਹਨੇ ਝਾੜੀਆਂ 'ਚ ਛੁਪਾ ਦਿੱਤਾ। ਤੇ ਰੋਜ਼ ਰਾਤ ਨੂੰ ਉਹ ਘੜਾ ਝਾੜੀਆਂ ਤੋਂ ਕੱਢਦੀ ਸੀ ਤੇ ਉਹ ਘੜੇ ਦੀ ਮਦਦ ਨਾਲ ਦਰਿਆ ਪਾਰ ਕਰਦੀ ਸੀ। ਦਰਿਆ ਪਾਰ ਕਰਕੇ ਤੇ ਉਹ ਮਹੀਵਾਲ ਨੂੰ ਮਿਲਦੀ ਸੀ। ਮਹੀਵਾਲ ਤੇ ਸੋਹਣੀ ਸਾਰੀ ਰਾਤ ਇੱਕ ਦੂਸਰੇ 'ਚ ਖੋਏ ਰਹਿੰਦੇ ਸਨ। ਜਦੋਂ ਸੁਬਾਹ ਦੀ ਸਫੇਦੀ ਹੋਣ ਤੋਂ ਪਹਿਲੇ ਸੋਹਣੀ ਜਿਹੜੀ ਹੈ ਉਹ ਆਪਣੇ ਘਰ ਵਾਪਸ ਆ ਜਾਂਦੀ। ਇਹ ਵੀ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ ਤੇ ਇਹ ਵੀ ਆਖਰ ਕਿੰਨੀ ਕੁ ਦੇਰ ਇਹ ਸਿਲਸਿਲਾ ਚੱਲਣਾ ਸੀ। ਇੱਕ ਦਿਨ ਸੋਹਣੀ ਜਿਹੜੀ ਹੈ ਉਹ ਰਾਤ ਨੂੰ ਮਹੀਵਾਲ ਨੂੰ ਮਿਲਣ ਵਾਸਤੇ ਘਰੋਂ ਨਿਕਲਦੀ ਹੈ ਤੇ ਸੋਹਣੀ ਦੀ ਨੰਦ ਉਹਨੂੰ ਨਿਕਲਦਿਆਂ ਦੇਖ ਲੈਂਦੀ ਹੈ। ਸੋਹਣੀ ਦੀ ਨੰਦ ਉਹਦਾ ਪਿੱਛਾ ਕਰਦੀ ਹੈ ਤੇ ਉਸ ਤਰ੍ਹਾਂ ਹੀ ਸੋਹਣੀ ਜਿਹੜੀ ਹੈ ਉਹ ਦਰਿਆ ਦੇ ਕਿਨਾਰੇ ਆਉਂਦੀ ਹੈ। ਜਿਹੜਾ ਝਾੜੀਆਂ 'ਚ ਉਹਨੇ ਘੜਾ ਛਪਾਇਆ ਹੁੰਦਾ ਉਹਨੂੰ ਕੱਢਦੀ ਹੈ ਤੇ ਉਹਦੀ ਮਦਦ ਦੇ ਨਾਲ ਉਹ ਦਰਿਆ 'ਚ ਵੜਦੀ ਹੈ ਤੇ ਦਰਿਆ ਪਾਰ ਕਰਦੀ ਹੈ ਤੇ ਉਹ ਮਹੀਵਾਲ ਨੂੰ ਮਿਲਦੀ ਹੈ ਤੇ ਮਿਲ ਕੇ ਵਾਪਸ ਆ ਜਾਂਦੀ ਹੈ। ਜਿਹੜੀ ਸੋਹਣੀ ਦੀ ਨੰਦ ਹੈ ਉਹ ਵੀ ਸਾਰਾ ਕੁਝ ਦੇਖ ਕੇ ਵਾਪਸ ਆਉਂਦੀ ਹੈ ਤੇ ਆ ਕੇ ਸੁਬਾਹ ਆਪਣੀ ਮਾਂ ਨਾਲ ਗੱਲ ਕਰਦੀ ਹੈ। ਉਹ ਵੀ ਉਹਦੇ ਨਾਲ ਵਾਸਤੇ ਇੱਕ ਬੜੀ ਖੌਫਨਾਕ ਕਿਸਮ ਦੀ ਇੱਕ ਸਾਜ਼ਿਸ਼ ਘੜਦੀ ਹੈ। ਕਿਉਂ ਵੀ ਜਿੱਥੇ ਸੋਹਣੀ ਵਿਆਹੀ ਜਾਂਦੀ ਹੈ ਉਹ ਵੀ ਇੱਕ ਕਮਿਆਰ ਖਾਨਦਾਨ ਹੈ ਤੇ ਉਹ ਵੀ ਜਿਹੜੀ ਸੀ ਸੋਹਣੀ ਦੀ ਨੰਦ ਸੀ ਉਹ ਵੀ ਭਾਂਡੇ ਬਣਾਉਣ ਦੀ ਬੜੀ ਮਾਹਰ ਸੀ। ਉਹਨੇ ਸੋਹਣੀ ਦੀ ਨੰਦ ਨੇ ਕੀ ਕੀਤਾ ਕਿ ਹੂ ਉਸੇ ਤਰ੍ਹਾਂ ਦਾ ਇੱਕ ਘੜਾ ਜਿਹੜਾ ਉਹ ਕੱਚੀ ਮਿੱਟੀ ਦਾ ਤਿਆਰ ਕੀਤਾ। ਕੱਚੀ ਮਿੱਟੀ ਦਾ ਘੜਾ ਹੂ ਉਸੇ ਤਰ੍ਹਾਂ ਦਾ ਤਿਆਰ ਕਰਕੇ ਤੇ ਉਹਨੇ ਉੱਥੇ ਉਹੜਾ ਪੱਕਾ ਘੜਾ ਸੀ ਉੱਥੋਂ ਚੁੱਕ ਲਿਆ, ਉਹ ਚੁੱਕ ਕੇ ਤੇ ਉੱਥੇ ਕੱਚਾ ਘੜਾ ਜਿਹੜਾ ਨੇ ਰੱਖ ਦਿੱਤਾ। ਸੋਹਣੀ ਜਿਹੜੀ ਹੈ ਉਹ ਆਪਣੇ ਇਸ਼ਕ ਮੁਹੱਬਤ 'ਚ ਇੰਨੀ ਕੁ ਮਸਤ ਔਰ ਗਰਕ ਸੀ ਕਿ ਉਹਨੂੰ ਇਸ ਗੱਲ ਦੀ ਬਿਲਕੁਲ ਕੋਈ ਖਬਰ ਨਹੀਂ ਹੋਈ। ਉਹ ਉਸ ਤਰ੍ਹਾਂ ਹੀ ਉਹ ਜਾਂਦੀ ਹੈ ਤੇ ਘੜਾ ਉੱਠ ਲੈਂਦੀ ਉੱਥੋਂ, ਲੇਕਿਨ ਅੱਜ ਉਹਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਘੜਾ ਨਹੀਂ, ਇਹ ਉਹਦੀ ਮੌਤ ਦਾ ਸਮਾਨ ਹੈ। ਉਹ ਘੜਾ ਲੈ ਕੇ ਦਰਿਆ 'ਚ ਉਤਰਦੀ ਹੈ। ਜਦੋਂ ਦਰਿਆ ਦੇ ਬਿਲਕੁਲ ਵਿਚਕਾਰ ਪਹੁੰਚਦੀ ਹੈ ਤੇ ਘੜਾ ਜਿਹੜਾ ਉਹ ਕੱਚੀ ਮਿੱਟੀ ਵਾਲਾ ਉਹ ਖੁਰਨਾ ਸ਼ੁਰੂ ਹੋ ਜਾਂਦਾ ਔਰ ਆਸਤਾ ਖੁਰਦਾ ਉਹ ਬਿਲਕੁਲ ਖੁਰ ਕੇ ਜਿਹੜਾ ਉਹ ਦਰਿਆ ਦੀਆਂ ਲਹਿਰਾਂ ਦੇ ਨਾਲ ਜਿਹੜਾ ਉਹ ਬਿਲਕੁਲ ਉਹਦੇ ਵਿੱਚ ਖਿਲਰ ਜਾਂਦਾ। ਜਦੋਂ ਖਿਲਰ ਜਾਂਦਾ ਤੇ ਫਿਰ ਸੋਹਣੀ ਰੋਂਦੀ ਏ, ਨਾਰੇ ਮਾਰਦੀ ਏ, ਚੀਹਾਂ ਮਾਰਦੀ ਏ। ਦੂਸਰੇ ਕਿਨਾਰੇ ਮਹੀਵਾਲ ਜਿਹੜਾ ਉਹ ਸੋਹਣੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ। ਜਦੋਂ ਸੋਹਣੀ ਦੀ ਆਵਾਜ਼ ਸੁਣਦਾ ਤੇ ਮਹੀਵਾਲ ਵੀ ਦਰਿਆ 'ਚ ਛਾਲ ਮਾਰ ਦਿੰਦਾ। ਮਹੀਵਾਲ ਨੂੰ ਵੀ ਤਾਰੀ ਨਹੀਂ ਆਉਂਦੀ ਤੇ ਦੋਨੋਂ ਇਸ਼ਕ ਮੁਹੱਬਤ ਦੇ ਮਹਿਬਤ ਮਹਿਬੂਬ ਦੋਨੋਂ ਜਿਹੜੇ ਨੇ ਉਹ ਦਰਿਆ ਦੀਆਂ ਡੂੰਘਾਈਆਂ ਦੇ ਵਿੱਚ ਡੁੱਬ ਕੇ ਤੇ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ। ਇੱਕ ਰਵਾਇਤ ਇਹ ਵੇ ਕਿ ਸੋਹਣੀ ਤੇ ਮਹੀਵਾਲ ਦਾ ਜਸਤੇ ਹਾਕੀ ਜਿਹੜਾ ਇਹਨਾਂ ਦੀਆਂ ਲੋਥਾਂ ਜਿਹੜੀਆਂ ਨੇ ਉਹ ਰੁੜਦੀਆਂ ਹੋਈਆਂ ਬਦਰ ਰਾਂਝਾ ਕੋਟ ਜ਼ਿਲ੍ਹਾ ਸਰਗੋਦਾ ਤੋਂ ਲੱਭੀਆਂ ਤੇ ਉੱਥੇ ਉਹਨਾਂ ਦਾ ਮਜ਼ਾਰ ਹੈ। ਦੂਸਰੀ ਜਿਹੜੀ ਰਵਾਇਤ ਹੈ ਉਹਦੇ ਮੁਤਾਬਕ ਸੋਹਣੀ ਤੇ ਮਹੀਵਾਲ ਦਾ ਜਿਹੜਾ ਮਜ਼ਾਰ ਹੈ ਉਹ ਸਿੰਧ ਦੇ ਇਲਾਕੇ ਸ਼ਹਿਦਾਦਪੁਰ ਦੇ ਵਿੱਚ ਮੌਜੂਦ ਹੈ, ਜਿੱਥੇ ਕਦੀ ਦਰਿਆਏ ਸਿੰਧ ਗੁਜ਼ਰਦਾ ਸੀ। ਸ਼ਹਿਦਾਦਪੁਰ ਮਾਈ ਸੋਹਣੀ ਦੇ ਇਲਾਕੇ ਦੇ ਵਿੱਚ ਸੋਹਣੀ ਦਾ ਮਜ਼ਾਰ ਹੈ ਤੇ ਸ਼ਹਿਦਾਦਪੁਰ ਸ਼ਹਿਰ ਦੇ ਵਿੱਚ ਜਿਹੜਾ ਉਹ ਮਹੀਵਾਲ ਦਾ ਮਜ਼ਾਰ ਅਲੱਗ ਹੈ। ਸੋਹਣੀ ਦਾ ਮਜ਼ਾਰ ਅਲੱਗ ਹੈ ਔਰ ਮਹੀਵਾਲ ਦਾ ਜਿਹੜਾ ਮਜ਼ਾਰ ਹੈ ਉਹ ਲਹਿਦਾ ਹੈ। ਮੈਂ ਤੁਹਾਡੇ ਸਾਹਮਣੇ ਜਿਹੜਾ ਕਿੱਸਾ ਪੂਰਨ ਭਗਤ ਦਾ ਅੱਜ ਚੌਥਾ ਹਿੱਸਾ ਪਾਰਟ 4 ਪੇਸ਼ ਕਰ ਰਿਹਾ। ਇਹ ਜਿਹੜਾ ਕਿੱਸਾ ਹੈ ਇਹ ਸੈਯਦ ਫਜ਼ਲ ਸ਼ਾਹ ਸਾਹਿਬ ਨੇ ਲਿਖਿਆ ਹੈ। ਸੈਯਦ ਫਜ਼ਲ ਸ਼ਾਹ ਸਾਹਿਬ 19ਵੀਂ ਸਦੀ 1827 ਦੇ ਵਿੱਚ ਜੰਮੇ। ਇਹ ਨਵਾਂਕੋਟ ਲਾਹੌਰ ਦੀ ਬਸਤੀ 'ਚ ਇਹਦਾ ਜਨਮ ਹੋਇਆ ਤੇ 1890 ਦੇ ਵਿੱਚ ਨਵਾਂਕੋਟ ਦੇ
ਵਿੱਚ ਹੀ ਇਹਨਾਂ ਦਾ ਵਿਸਾਲ ਹੋਇਆ। ਉੱਥੇ ਹੀ ਮੁਲਤਾਨ ਰੋਡ ਤੇ ਇਹਨਾਂ ਦਾ ਮਜ਼ਾਰ ਹੈ। ਇਹਨਾਂ ਨੇ ਹੋਰ ਬਹੁਤ ਸਾਰੀਆਂ ਰਚਨਾਵਾਂ, ਹੀਰ ਰਾਂਝਾ, ਲੈਲਾ ਮਜਨੂ, ਸੋਹਣੀ ਮਹੀਵਾਲ, ਇਸਰਾਰੇ ਇਲਾਹੀ, ਸੀ ਹਰਫੀਆਂ, ਸ਼ਜਰਾ ਨਸਬ ਲਿਖਿਆ ਹੈ। ਲੇਕਿਨ ਸੋਹਣੀ ਮਹੀਵਾਲ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਸ਼ਾਹਕਾਰ ਹੈ। ਇਹਨਾਂ ਨੇ ਇਹ ਜਿਹੜਾ ਕਿੱਸਾ ਲਿਖਿਆ ਹੈ, ਇਹਨਾਂ ਨੇ ਇੱਕ ਤਵੀਲ ਲੰਬੀ ਨਜ਼ਮ ਦੀ ਸ਼ਕਲ ਵਿੱਚ ਲਿਖਿਆ ਹੈ ਤੇ ਮੈਂ ਤੁਹਾਡੇ ਸਾਹਮਣੇ ਅੱਜ ਸੋਹਣੀ ਮਹੀਵਾਲ ਦੇ ਕਿੱਸੇ ਦਾ ਚੌਥਾ ਹਿੱਸਾ ਪੇਸ਼ ਕਰਨ ਲਗਾ। ਪੜ੍ਹਨ 'ਚ, ਬਿਆਨ ਕਰਨ 'ਚ ਅਗਰ ਕੋਈ ਗਲਤੀ ਹੋ ਜਾਏ, ਕੋਈ ਭੁੱਲ ਚੁੱਕ ਹੋ ਜਾਏ ਤਾਂ ਮੈਂ ਉਹਦੀ ਪੇਸ਼ਗੀ ਮਾਫੀ ਚਾਹੁੰਦਾ। ਕੋਈ ਇਲਮ ਦੇ ਬਾਝ ਨਾਲ ਗੱਲ ਕਰਦਾ, ਕੋਈ ਇਲਮ ਦੇ ਬਾਝ ਨਾਲ ਗੱਲ ਕਰਦਾ, ਦਿੱਤਾ ਅਕਲ ਸ਼ਊਰ ਖੁਦਾ ਸਾਈ, ਕਈ ਲੱਖ ਦਨਾ ਸ਼ਬਾਨ ਜਿਹੇ, ਉਥੇ ਅਕਲ ਸੰਧੀ ਹਾਕ ਪਾਸ ਆਈ, ਗੋਈਆਂ ਫਿਰ ਹੋਈਆਂ ਅਫਲਾਤੂਨ ਪੈਦਾ, ਗੋਇਆ ਫਿਰ ਹੋਇਆ ਅਫਲਾਤੂਨ ਪੈਦਾ, ਦਿੱਤਾ ਆਲਮਾ ਹੋਸ਼ ਬਲਾ ਸਾਈ, ਮੁਨਸ਼ੀ ਫਲਕ ਦੇ ਨੇ ਹੱਥੂ ਕਲਮ ਸੁੱਟੀ, ਮੁਨਸ਼ੀ ਫਲਕ ਦੇ ਨੇ ਹੱਥੂ ਕਲਮ ਸੁੱਟੀ, ਲਿਖਿਆ ਵੇਖ ਕੇ ਬੋਧ ਸਫਾ ਸਾਈ, ਜੋ ਕੁਝ ਕਹੇ ਜ਼ਬਾਨ थी आलमा नू, कोई करे ना चू चरा साई, फजल समझ उसनू इलम अकल वाला, हथू लियाम दे अदब बजा साई, सब्बे दरसियां दे कीते हल उसने, सब्बे दरसियां दे कीते हल उसने, दिता गल दे नाल अढ़ा साई, जेड़ा इलम थी पुछे सवाल कोई, देवे तुरंत जवाब सुनात साई, कई बहस करना है मिस्र विचू, ओढ़क गए उस्ताद बना साई, फजल शाह नई इतबार जिसनू पुछे बलख बुहारी जा साई, वरे तेरवे नू इज्जत भेगत आई, हथ तीर कमान फड़ान बेली, तीर अंदाज उस्ताद मैदान जाके, नत तीर चलान सिखान बेली, कोल बैठ जवान तीर अंदाज सारे, करन कायदे कुल अयान बेली, सबा सज्जा पैर पिछे खब्बा पैर अगे, खिचू जुल्फ दी तरफ कमान बेली, बाजू रास करके तीर साफ मारे, रखे विच निशान ध्यान बेली, वक्त खिचन दे बाना मूर डोले, वक्त खिचन दे बाना मूर डोले, सा गटना जान पिछाड़ बेली, मिर्जा अकल ते इलम दा कोट आहा, लिया समझ तमाम बयान बेली, ऐसे तीर तदबीर दे नाल मारे, ऐसे तीर तदबीर दे नाल मारे, चीर हाक तो दे निकल जान बेली, आहा वांग तकदीर ने तीर उस दे, औखा मुड़न बाजू लिया जान बेली, फजल शाह ऐसा तीर अंदाज होया, रहे कुल उस्ताद हैरान बेली, वरे 14वें नू चढ़िया घोड़ियां ते, चीनी बोर कमीद अराकियां नू हंस मोर दी चाल सहावदा सी, कदी दे जवान जोलान मैदान जाके, कदी दे जुलान मैदान जाके, करन सैर शकार तैयार होके, नत हार दे वल सदावदा सी, नत बार दे वल सदावदा सी, नत बार दे वल सदावदा सी, जेड़ा मरग नू मरग खुदा वलू, सोई तीर जवान दा खावदा सी, घोड़े फेरने थी लगी वाह उसनू, दिल्ली देख नू चत चावदा सी, रख जीव ते शौक सुदागरी दा, यारा नाल सलाह पकावदा सी, नत बाप दे जा हजूर मिर्जा, आखे बाप जी मैं एक अर्ज करनी, ए आख खामोश हो जावदा सी, जेकर बाप पुछे दसे मूल नाही, जेकर बाप पुछे दसे मूल नाही, कई रोज इस तौर लगावदा सी, ताई आखसा जदू कबूल करसे, एवे बाप नू बात सुनावदा सी, फजल शाह पर इश्क ने खिच कीती, फजल शाह पर इश्क ने खिच कीती, मन बावदा जीव मनावदा सी, कदी
ਚੀਨੇ ਦੇ ਮੁੱਖ ਲਗਾਮ ਦੇ ਕੇ, ਕਈ ਚੀਨੇ ਦੇ ਮੁੱਖ ਲਗਾਮ ਦੇ ਕੇ ਕਦੇ ਜ਼ੀਨ ਮੁਸ਼ਕੀ ਉਤੇ ਪਾਉਂਦਾ ਸੀ। ਕਿਸਮਤ ਨਾਲ ਦਾਣੇ ਪਾਣੀ ਖਿੱਚ ਕੀਤੀ, ਲਿਖੇ ਲੇਖ ਨਾ ਕੋਈ ਮਟਾਉਂਦਾ ਸੀ। ਕਿਹਾ ਬਾਪ ਸਵਾਲ ਕਬੂਲ ਮੈਨੂੰ, ਹੋਸੀ ਕੁੱਲ ਮਕਸੂਦ ਹਸੂਲ ਤੈਨੂੰ। ਮੂੰਹ ਮੰਗ ਬੇਟਾ ਜੋ ਕੁਝ ਮੰਗਣਾ ਹੀ, ਤੇਰਾ ਆਖਿਆ ਮੋਲ ਨਾ ਮੋੜਸਾ ਮੈਂ। ਦਿੱਤਾ ਜ਼ਾਮਨ ਹਾਸ ਰਸੂਲ ਤੈਨੂੰ, ਗੱਲ ਦੱਸ ਵੈਦਨ ਦਿਲ ਆਪਣੇ ਦੀ। ਕੀਤਾ ਕਿਹੜੀ ਗੱਲ ਮਲੂਲ ਤੈਨੂੰ, ਜਦੋਂ ਬਾਪ ਨੇ ਗੱਲ ਮਨਜ਼ੂਰ ਕੀਤੀ। ਦੱਸੇ ਖੋਲ ਕੇ ਕੁੱਲ ਬਿਆਨ ਮੀਆਂ, ਤਸਲੀਮਾਤ ਕਰਕੇ ਹੱਥ ਜੋੜ ਖੜਾ। ਫਿਰ ਕਰੇ ਦੁਆ ਪਛਾਣ ਮੀਆਂ, ਤੋਬਾ ਵਾਂਗ ਤੇਰੇ ਸਾਏ ਹੇਠ ਪਾਏ। ਕੁੱਲ ਹਲਕ ਜਹਾਨ ਈਮਾਨ ਮੀਆਂ, ਦਿਲ ਚਾਹੁੰਦਾ ਏ ਦਿੱਲੀ ਦੇਖਣੇ ਨੂੰ। ਦੇ ਹੁਕਮ ਬਾਬਾ ਮਿਹਰਬਾਨ ਮੀਆਂ, ਦੂਜਾ ਜੀਉ ਤੇ ਸ਼ੌਕ ਸੁਦਾਗਰੀ ਦਾ। ਜਤ ਕਤ ਇਹੋ ਨਤ ਧਿਆਨ ਮੀਆਂ, ਕਰਾ ਜਾ ਖਰੀਦ ਫਰੋਖਤ ਦਿੱਲੀ। ਨਾਲ ਦੋਸਤਾਂ ਅਕਲ ਦੇ ਤਾਨ ਮੀਆਂ, ਬਾਪ ਸੁਣਦਿਆਂ ਸਾਰ ਬੇਹੋਸ਼ ਹੋਇਆ। ਬਾਪ ਸੁਣਦਿਆਂ ਸਾਰ ਬੇਹੋਸ਼ ਹੋਇਆ, ਗੋਈਆਂ ਨਿਕਲ ਗਈਆਂ ਉਹਦੀ ਜਾਨ ਮੀਆਂ। ਜਦੋਂ ਹੋਸ਼ ਆਈ ਜ਼ਾਰੋ ਜ਼ਾਰ ਰੋਣਾ, ਇੱਜ਼ਤ ਬੇਗ ਹੋ ਰਹਾ ਹੈਰਾਨ ਮੀਆਂ। ਔੜ ਕੋਲ ਕਰਾਰ ਨਾ ਹਾਰੇ ਉਸੂ, ਕਰੇ ਟੋਰਨੇ ਦਾ ਸਾਮਾਨ ਮੀਆਂ। ਤੁਰਤ ਬੇਜ ਗੁਲਾਮ ਸਦਾਈ ਲਈਏ, ਓਠਾਂ ਸਨੇ ਸਾਰੇ ਸਾਰਬਾਨ ਮੀਆਂ। तुरत बेज गुलाम सुदायो लिए, ऊठा सड़े सारे सारबान मियाँ। दिता हुक्म त्यार शताब होवो, सारबान पलान चा पान मियाँ। लौंग लाचियाँ पिस्ते सौंगी दे, बरे बोरियाँ चक लदान मियाँ। अंबर मुश्क कफूर बदाम जैफल, मुश्की तपती ऊट अठान मियाँ। होर सियो खरोट खजूर लदी, मेवे काबली ते हरसान मियाँ। कैमहाव सनाब समूर महमल, लट्ठा कम रखते होर कतान मियाँ। सबज सुर्ख स्याह हरीर लदी, जरी बादला टोल हलवान मियाँ। होर माल ना कुछ ख्याल मेरे, की करा बयान अयान मियाँ। सारा माल असबाब रवान करके, बेटा बाप दोवे गरी जान मियाँ। जो कुछ बात आही अल्फू ये तिकर, जो कुछ बात आही अल्फू ये तिकर। उस दी माई नू बैठ सनान मियाँ। खुशी ऐश इंसान दे भाग विचू, गुली आके बाद खजान मियाँ। माई ला कलेड़े नाल रुंदी, माई ला कलेजड़े नाल रुनी। तेरे रब रहीम रहमान मियाँ, तुद बाज किसनू सुख चैन होसी। सुंजा देखसा कुल जहान मियाँ, बच्चा कढ़ न दई नमाड़ियां नू। तेरे बाज जहान वेरान मियाँ। मेरी जान तू नहीं मान तान मियाँ, मेरी जान तू नहीं मान तान मियाँ। बच्चा सफर नू सकर मिसाल कहंदे, दिल्ली जावड़ा नहीं आसान मियाँ। गोया खोल किताब नसीहत दी, गोया खोल किताब नसीहतां दी। रही मां उसनू लख रान मियाँ। आहर हो लाचार कबूल कीता, आहर हो लाचार कबूल कीता। जा रब तेरा निगेबान मियाँ। रो रो बाप ते होर अमीर सारे, बाहर जाके वध्या करान मियाँ। माँ बाप नू दर्द फिराक वाला, लगा विच कलेजड़े बान मियाँ। कहंदा आब ते इश्क ने खिच कीती, लम्बे राह हो टुरे रवान मियाँ। फजल आशका मुड़ मुहाल होया, जिन्ना इश्क कीता परेशान मियाँ। माई चढ़ चुबारे ते कूकदी सी, माई चढ़ चबारे कूकदी सी। माई चढ़ चुबारे ते कूकदी सी। तेरा वेख अखी संदा नीर बचा, बेतरसिया तरसना मूल तेनू। मैनू ग्यो बनाई फकीर बचा, लाई सांग फराग दी कार मैनू। गई हाँ कलेजड़ा चीर बचा, इस दर्द अंदर मर जावसांगी। तेनू बख्शिया अपना शीर बचा, खाण पीण आराम हराम होया। कहा लागियो मैनू तीर बचा, जो कुछ लोह महफूज च लिखिया सी।
ਜੋ ਕੁਝ ਲੋਹੋ ਮਹਿਫੂਜ਼ ਵਿੱਚ ਲਿਖਿਆ ਸੀ ਸੋਈ ਵਾਹ ਮਿਲੀ ਤਕਦੀਰ ਬਚਾ ਆਖੇ ਲੱਗ ਲੋਕਾਂ ਹਨ ਸਿਆਰਿਆਂ ਦੇ ਤੁਰਿਉ ਸ਼ੌਕ ਦੀ ਤੋੜ ਜ਼ੰਜੀਰ ਮੇਰਾ ਨਬੀ ਪਾਕ ਰਸੂਲ ਦੀ ਰੱਖ ਹੋਵੀ ਨਬੀ ਪਾਕ ਰਸੂਲ ਦੀ ਰੱਖ ਹੋਵੀ ਨਿਗੇ ਬਾਨ ਤੇਰੇ ਪੰਜ ਪੀਰ ਬੱਚਾ ਜਿੱਥੋਂ ਤੀਕ ਨਿਗਾਹ ਦਰਾਜ਼ ਆਹੀ ਰਹੀ ਵੇਖਦੀ ਲਾ ਨਜ਼ੀਰ ਬੱਚਾ ਵੇ ਮੈਂ ਰੱਬ ਰਹੀਮ ਨੂੰ ਸੌਂਪਿਓ ਤੂੰ ਜਿਸ ਨੇ ਮਾਰੀ ਆ ਬੇਤਕਸੀਰ ਬੱਚਾ ਜਦੋਂ ਦਸਨੂ ਰਹਾ ਫਰਜ਼ੰਦ ਉਸਨੂੰ ਡਿੱਗੀ ਆਹ ਕਿ ਮੈਂ ਦਿਲਗੀਰ ਬੱਚਾ ਨਾਲ ਫਜ਼ਲ ਦੇ ਫੇਰ ਮਲਾਬ ਸਾਡਾ ਜਦੋਂ ਹੋਸੀ ਰੋਜ਼ ਆਖੀਰ ਬੱਚਾ ਛੱਡ ਰੋਂਦੀਆਂ ਤੇ ਕੁਰਲਾਂਦੀਆਂ ਨੂੰ ਛੱਡ ਰੋਂਦੀਆਂ ਤੇ ਕੁਰਲਾਂਦੀਆਂ ਨੂੰ ਕੂੰਜ ਵਾਂਗ ਮੁਸਾਫਰਾਂ ਦੂਰ ਹੋਏ ਪਹੁੰਚੇ ਮੰਜ਼ਲੀ ਜਾਈ ਦਿਲੀ ਇਹ ਪਰ ਪੈਂਡਿਆਂ ਦੇ ਨਾਲ ਚੂਰ ਹੋਏ ਆਇਆ ਇੱਕ ਸੁਦਾਗਰ ਬਲਖ ਵਿੱਚੋਂ ਦਿੱਲੀ ਸ਼ਹਿਰ ਦੇ ਵਿੱਚ ਮਸ਼ਹੂਰ ਹੋਏ ਲਿਆ ਮਾਲ ਚਕਾਈ ਸੁਦਾਗਰਾਂ ਨੇ ਸੋਦੇ ਹੁਸਨ ਦੇ ਹੋਰ ਜ਼ਰੂਰ ਹੋਏ ਗੋਇਆ ਯੂਸਫ ਨਾਲ ਕਰਵਾਨੀਆਂ ਦੇ ਜਿਨ੍ਹਾਂ ਦੇਖਿਆ ਸੋ ਨੂਰੋ ਨੂਰ ਹੋਏ ਪਾਦਸ਼ਾਹ ਕਿਤੀ ਚਾਹ ਦੇਖਣੇ ਦੀ ਗੇ ਤੁਰਤ ਨਾ ਪਲਕ ਸਾਬੂਰ ਹੋਏ ਰੰਗਾ ਰੰਗ ਤੋਹਫੇ ਪਾਤਸ਼ਾਹ ਕਾਰਨ ਲੈ ਨਾਲ ਜੋ ਨਜ਼ਰ ਮਨਜ਼ੂਰ ਹੋਏ ਫਜ਼ਲ ਸ਼ਾਹ ਜਹਾਨ ਦੀ ਵਿੱਚ ਮਜਲਿਸ ਸੁਣੇ ਤੋਹਫੇ ਸੜੇ ਤੋਹਫੇ ਜਾ ਹਜ਼ੂਰ ਹੋਏ ਤਸਲੀਮਾਤ ਕਰਕੇ ਇੱਜ਼ਤ ਬੇਗ ਮਿਰਜ਼ਾ ਤੋਹਫੇ ਨਜ਼ਰ ਗੁਜ਼ਾਰ ਦਾ ਜਾ ਮੀਆਂ ਲੱਖ ਮੋਰ ਦਿੱਤੀ ਪਾਦਸ਼ਾਹ ਇਸ ਨੂੰ 12 ਹੋਰ ਦਿੱਤਾ ਸਰੋਪਾ ਮੀਆਂ ਗੋੜਾ ਸੋਖ ਸਮੁੰਦਰ ਅਤਾ ਕੀਤਾ ਸਿੱਕੇ ਸਨਮ ਲੰਗੇ ਦਰਿਆ ਮੀਆਂ ਸੁੱਕੇ ਸਨਮ ਲੰਗੇ ਦਰਿਆ ਮੀਆਂ ਕੀਤਾ ਚਾਹ ਮਾਫ ਵਸੂਲ ਇਸ ਨੂੰ ਕੀਤਾ ਚਾਹ ਮਾਫ ਵਸੂਲ ਇਸ ਨੂੰ ਕੀਤੀ ਹੋਰ ਜਗੀਰ ਅਤਾ ਮੀਆਂ ਪਹਿਲੇ ਖਤਮ ਖੁਦਾਈ ਬਜਾ ਲਿਆਵੇ ਫਿਰ ਸ਼ਾਦੀ ਕਰੇ ਸਨਾ ਮੀਆਂ ਦੁਨੀਆ ਵਿੱਚ ਰੱਖੇ ਰੱਬ ਸ਼ਾਦ ਤੈਨੂੰ ਆਹਰ ਦੇ ਜਜ਼ਾ ਖੁਦਾ ਮੀਆਂ ਜਮਸ਼ੇਦ ਫਰੀਦੂ ਕੌਸੂ ਖੁਸਰੂ ਤੇਰੇ ਮਰਤਬੇ ਦੀ ਹਾਕ ਪਾ ਮੀਆਂ ਨੁਸ਼ੇਰ ਵਾਂਗ ਹੈ ਅਦਲ ਤੇਰਾ ਹਾਥੀ ਕੀੜੀਓ ਕਰੇ ਖਯਾ ਮੀਆਂ ਖਾਤਮ ਕੁਲ ਜਹਾਨ ਤੇ ਬਖਸ਼ ਕੀਤੀ ਇਹ ਪਰ ਇਸ ਦਰਬਾਰ ਗਦਾ ਮੀਆਂ ਦਿੱਤਾ ਰੱਬ ਸਕੰਦਰੀ ਮੁਲਕ ਤੈਨੂੰ ਵਾਲੀ ਵਾਰਸੀ ਹਲਕ ਬਣਾ ਮੀਆਂ ਸ਼ੀਰ ਗਰਗ ਰਖਣ ਖੌਫ ਬੱਕਰੀ ਥੀ ਦਿੱਤੀ ਜ਼ੁਲਮ ਦੀ ਬੀਖ ਉਠਾ ਮੀਆਂ ਮਿਰਜ਼ਾ ਪਾਈ ਇਨਾਮ ਸਲਾਮ ਕਰਕੇ ਡੇਰੇ ਆਵੜਿਆ ਨਾਲ ਚਾ ਮੀਆਂ ਨਿਤ ਸੈਰ ਕਰਨ ਦਿੱਲੀ ਸ਼ਹਿਰ ਅੰਦਰ ਜਾਈ ਜ਼ੀਨ ਸਮਨ ਤੇ ਪਾਨ ਮੀਆਂ ओढ़क हो उदास तैयार होके कोई रोज़ इस तौर लगा मियाँ करे तरफ लाहौर दी कूच मिर्ज़ा करे तरफ लाहौर दी कूच मिर्ज़ा सारा माल मता लदा मियाँ फजल शाह लाहौर दे विच मिर्ज़ा पहुँचा मंजली आ मियाँ रात हैर दे नाल गुजारिया ने जीव विच आराम करार होए संदर चाल कमाल लाहौर वाली सारे देखने दे तलबगार होए दने लाई पोशाकियां पहन बाने कर सैर बाजार तैयार होए जाके वेख्या शहर मसाल जन्नत ए पर वेखड़े थी गुलजार होए बाके तौर लाहौर दे लोग सारे शगलदार आपो अपने कार होए फिर लटक दे विच बाजार सोने तखे तिखे नैन मिसाल कटार होए कोई सुने फरियाद दा आशका दी कतलबाज तलवार हजार होए आकड़ होर ना शहर लाहौर जिया सब शहर लाहौर तू वार होए सौदे रोक ना मूल उदार होए ओढ़क वतन ते जियो उदास होया उठ घोड़िया ते असवार होए फजल शहर लाहौर तू कूच करके वांग बाज दे तेज तराज होए रावी लंग जना विच पार होए रावी लंग जना विच पार होए दूर नजर पई गुजरात मियाँ सूरज गया गरूब हो शाम पई अगूमू आई काली रात मियाँ डेरे विच सदा मार लथे डेरे विच सरा दे मार लथे लाई सुर्ख सफेद कनात मियाँ दो तन रोज रहे जगह देख चंगी किती नाल लोका मुलाकात मियाँ पानी लाल जनाई दे इश्क रते इज्जत बेग ताई कीता बात मियाँ अगे जाना बहुत मुहाल होया यार आक रहे नेक जात मियाँ जियो लोच लेंदा छील सोने दा
ਇਹ ਇਸ਼ਕ ਸਣ ਦੀ ਕਰਾਮਾਤ ਮੀਆਂ ਇੱਥੇ ਹੋਰ ਦਾ ਹੋਰ ਫਤੂਰ ਹੋਸੀ ਮਿਰਜ਼ਾ ਖੋਸੀ ਜ਼ਾਤ ਸਿਫਾਤ ਮੀਆਂ ਸਾਰਾ ਮਾਲ ਮਤਾ ਲੁਟਾ ਦੇਸੀ ਪੈਸੀ ਇਸ਼ਕ ਦਾ ਆਨ ਅਫਾਤ ਮੀਆਂ ਫਜ਼ਲ ਸ਼ਾਹ ਦੇਖੋ ਇੱਜ਼ਤ ਬੇਗ ਮਿਰਜ਼ਾ ਫਜ਼ਲ ਸ਼ਾਹ ਦੇਖੋ ਇੱਜ਼ਤ ਬੇਗ ਮਿਰਜ਼ਾ ਹੋਸੀ ਵਿੱਚ ਗੁਜਰਾਤ ਦੇ ਘਾਤ ਮੀਆਂ ਇੱਕ ਰੋਜ਼ ਇੱਜ਼ਤ ਬੇਗ ਖੁਸ਼ੀ ਸੀ ਤੀ महफिल विच बिश्त बहामदा जे कई गाय का होर कलावतां नूं मिर्जा गल पैगाम सुनावदा जे वारो वार लगे रंग राग करने वेले वक्त दा राग सुनावदा जे कोई कहे बहाग ते होर बेरो राम कली थी जीव लखावदा जे कोई कहे बलावल ते होर टोडी कोई सावरी ते जोर पावदा जे कोई भैवरी गावदा होर आसा कोई सिंध दा तलंग बजावदा जे कोई साज आवाज़ नूं इक करके मल्हार थी मीना बरसावदा है जे कोई सार रंग कोई धांसरी नूं तान सैन दी होश बुलावदा दे कोई जोग नमाणी नूं मूँह करके दिलू सबर करार ले जावदा जे कोई कहे बलावल शौक सीती कोई चित पहाड़ी ते लावदा जे कोई पूरबा पूरबी होर पी लो बरवा नाल प्यार अलावदा जे कोई सोड़ कौड़ा बगला भी मालकोस बबास नूं गावदा जे कोई शाम कल्याण दी तान मारे कोई शाम कल्याण दी तान मारे कोई नट कल्याण सुनावदा जे कोई बड़े खमाच बंगालड़ी नूं कोई घोड़ियों तान उठावदा जे कोई कहे गोड़ी कोई ललत पच्छम कोई दीपक गौंड अलावदा जे फजल शाह वडेंस हंडोल कोई फजल शाह वडेंस हंडोल कोई मोलसरी थी जिए चलावदा जे मोलसरी थी जिवे चलावदा जे अल्लाह ताला हमें आसानियाँ अता फरमाए और आसानियाँ तकसीम करने का शर्फ अता फरमाए और अल्लाह ताला हमें बुजुर्गान दीन की सिफ़ात को अपनाने उजागर करने और मुज़य्यन करने का शर्फ और इल्म और मर्तबा और शान अता फरमाए बुजुर्गान दीन की दुआ बरकत के साथ नूर वाले नूर वाले नूर वाले।